ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗੁਰਪ੍ਰੀਤ ਸੰਧਾਵਾਲੀਆ ਸਵਾਗਤ ਕਰਦਾ ਜੀ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿੱਚ ਜਤਿੰਦਰ ਪੰਨੂ ਸ਼ੋਅ ਦੇ ਵਿੱਚ। ਅੱਜ ਦੇ ਸ਼ੋਅ ਵਿੱਚ ਫਿਰ ਆਪਾਂ ਜਾਣਾਂਗੇ ਪੰਨੂ ਸਾਹਿਬ ਕੋਲ ਇਸ ਵਕਤ ਦੀਆਂ ਖਾਸ ਖਬਰਾਂ। ਪੰਨੂ ਸਾਹਿਬ ਬਹੁਤ ਬਹੁਤ ਸਵਾਗਤ ਜੀ। ਜੀ ਸ਼ੁਕਰ। ਪੰਨੂ ਸਾਹਿਬ ਗੱਲ ਇਹ ਆ, ਵੈਸੇ ਤਾਂ ਆਂਦੇ ਹੁੰਦੇ ਸਾਧਾਂ ਨੂੰ ਕੀ ਸਵਾਦਾਂ ਨਾਲ, ਪਰ ਇੱਕ ਸਾਧ ਆਪਣੇ ਭਾਰਤ ਦੇਸ਼ ਮਹਾਨ 'ਚ ਬਾਬਾ ਰਾਮਦੇਵ, ਉਹ ਭਾਰਤ ਰਤਨ ਤੇ ਅੱਖ ਰੱਖੀ ਬੈਠਾ, ਕਿਉਂਕਿ ਉਹਨੇ ਬਿਆਨ ਦਿੱਤਾ ਵੀ ਭਾਰਤ ਰਤਨ ਕਿਸੇ ਯੋਗੀ ਨੂੰ ਕਿਉਂ ਨਹੀਂ ਦਿੱਤਾ ਜਾਏ ਤੱਕ। ਦੇਖੋ, ਪਹਿਲੀ ਗੱਲ ਤਾਂ ਇਹ ਕਿ ਯੋਗੀ ਬਾਬਾ ਰਾਮਦੇਵ ਯੋਗੀ ਹੈ ਹੀ ਕਦੋਂ ਜੀ। ਉਹ ਕਹਿੰਦਾ ਮੈਂ ਯੋਗਾ ਕਰਦਾ। ਜੇ ਭਾਰਤੀ ਸੰਨਿਆਸੀ ਹੋਵੇ ਤੇ ਉਹ 'ਚ ਯੋਗਾ ਹੁੰਦਾ ਹੀ ਨਹੀਂ ਜੀ। ਯੋਗ ਹੁੰਦਾ ਸੀ, ਯੋਗ ਸਾਧਨਾ ਹੁੰਦੀ ਸੀ, ਯੋਗੀ ਹੁੰਦੇ ਸੀ। ਇਹ ਯੋਗਾ ਤੇ ਅੰਗਰੇਜ਼ੀ ਦਾ ਅਸਰ ਹੈ ਜੀ। ਅੰਗਰੇਜ਼ ਆਏ, ਉਹਨਾਂ ਨੇ ਭਗਵਾਨ ਰਾਮ ਨੂੰ ਰਾਮ ਤੋਂ ਰਾਮਾ ਬਣਾਤਾ, ਕ੍ਰਿਸ਼ਨ ਤੋਂ ਕ੍ਰਿਸ਼ਨਾ ਬਣਾਤਾ ਜੀ। ਇਹ ਤੇ ਉਹਨਾਂ ਨੇ ਕੀਤਾ ਸੀ, ਤੇ ਉਹਨਾਂ ਨੇ ਯੋਗੀ ਨੂੰ ਵੀ ਯੋਗਾ ਬਣਾਤਾ ਯੋਗ ਤੋਂ। ਇਹ ਤੇ ਯੋਗਾ ਗੁਰੂ ਆਪਣੇ ਆਪ ਨੂੰ ਕਹਿੰਦਾ ਜੀ। ਦੂਜੀ ਗੱਲ, ਜਿਹੜੀ ਯੋਗ ਸਾਧਨਾ ਇਹ ਕਰਦਾ ਉਹ ਯੋਗ ਸਾਧਨਾ ਨਹੀਂ। ਇਹ ਫੌਜੀਆਂ ਦੀ ਪੀਟੀ ਦੀਆਂ ਜਿਹੜੇ ਫਿਜ਼ੀਕਲ ਐਕਸਰਸਾਈਜ਼ਸ ਉਹ ਨੇ ਜੀ। ਛੜੱਪੇ ਮਾਰਨਾ, ਉਲਟਾ ਪਲਟਣਾ, ਟੇਢਾ ਭੜਕਾ ਵਿਖਾਉਣਾ, ਇਹ ਸਾਰਾ ਕੁਝ ਯੋਗ ਨਹੀਂ ਗਾ ਜੀ। ਯੋਗੀ ਤਾਂ ਜਿਹੜੀ ਸਾਧਨਾ ਕਰਦੇ ਹੁੰਦੇ ਸਨ, ਉਹ ਲਗਾਤਾਰ ਸਮਾਧੀਆਂ ਲਾ ਕੇ ਬੈਠ ਜਾਂਦੇ ਸੀ। ਚਵਨਪ੍ਰਾਸ਼ ਜਿਹੜਾ ਲੋਕੀ ਖਾਂਦੇ ਆ ਜੀ, ਇਹ ਚਵਨ ਰਿਸ਼ੀ ਤੋਂ ਤੁਰਿਆ। ਤੇ ਚਵਨ ਰਿਸ਼ੀ ਤਾਂ ਕਹਿੰਦੇ ਆ ਕਿ ਇਹੋ ਜਿਹੀ ਯੋਗ ਸਾਧਨਾ ਕਰਦਾ ਸੀ, ਉਹ ਸਾਧਨਾ ਕਰਨ ਬਹਿ ਗਿਆ, ਚੇਤਾ ਹੀ ਭੁੱਲ ਗਿਆ ਉੱਠਣ ਦਾ, ਸਾਧਨਾ ਕਰਦਾ ਰਿਹਾ। ਉਹਦੇ ਜਿਹੜੇ ਭਰਵੱਟੇ ਸੀ ਉਹ ਥੱਲੇ ਤੱਕ ਵੱਧਦੇ ਦਾੜੀ ਤੱਕ ਆ ਲੱਗੇ ਸੀ। ਅੱਛਾ ਜੀ। ਕਈ ਲੋਕੀ ਕਹਿੰਦੇ ਕਈ ਯੋਗੀਆਂ ਨੂੰ ਯੋਗ ਕਰਦਿਆਂ ਪਤਾ ਨਹੀਂ ਲੱਗਦਾ, ਸਿਉਂਕ ਲੱਗ ਜਾਂਦੀ ਹੁੰਦੀ ਸੀ, ਇੱਕ ਥਾਂ 'ਤੇ ਬੈਠੇ ਇੰਨੀ ਲੰਮੀ ਸਾਧਨਾ ਕਰਦੇ ਸੀ ਜੀ। ਇਹ ਤੇ ਛੜੱਪੇ ਮਾਰਦਾ। ਦੂਸਰੀ ਗੱਲ, ਇਹ ਬੰਦਾ ਜਦੋਂ ਤੋਂ ਆਇਆ ਸਿਆਸੀ ਲੀਡਰਾਂ ਦੇ ਅੱਗੇ ਪਿੱਛੇ ਨੱਚਦਾ ਰਿਹਾ। ਪਹਿਲਾਂ ਤੇਰਾ ਕਾਰੋਬਾਰ ਚਮਕਾਉਣ 'ਚ ਕਾਂਗਰਸੀਆਂ ਮਦਦ ਕੀਤੀ ਸੀ। ਜਦੋਂ ਇਹਨੇ ਦਿੱਲੀ 'ਚ ਕਾਲੇ ਧਨ ਦੇ ਖਿਲਾਫ ਮੋਰਚਾ ਲਾਇਆ ਰਾਮਲੀਲਾ ਗਰਾਊਂਡ ਵਿੱਚ, ਜਿੱਥੇ ਬਾਅਦ ਵਿੱਚ ਅੱਧੀ ਰਾਤ ਨੂੰ ਜਨਾਨਾ ਕੱਪੜੇ ਪਾ ਕੇ ਨਿਕਲਦਾ ਫੜਿਆ ਗਿਆ ਸੀ, ਘੁੰਡ ਕੱਢ ਕੇ ਨਿਕਲਦਾ ਜੀ, ਉਹਦੇ ਤੋਂ 6 ਘੰਟੇ ਪਹਿਲਾਂ ਤੱਕ ਤਾਂ ਕਾਂਗਰਸੀਆਂ ਦਾ ਚੇਲਾ ਸੀ। ਕਪਲ ਸਿੱਬਲ ਤੇ 5 ਮੰਤਰੀ ਜਿਹੜੇ ਸੀ, ਉਹਨਾਂ ਨੇ ਇਹਨੂੰ ਸੱਦਿਆ ਸੀ ਕਿ ਅੰਨਾ ਹਜ਼ਾਰੇ ਖੜਾ ਨਹੀਂ ਛੱਡਦਾ ਤੇ ਤੂੰ ਦਿੱਲੀ ਆ ਕੇ ਉਹਦੇ ਬਰਾਬਰ ਤੇ ਧਰਨਾ ਲਾ। ਇਹ ਆਇਆ, ਉਹ ਅੱਗੋਂ ਇਹਨੂੰ ਮਿਲਣ ਗਏ ਤੇ ਦਿੱਲੀ ਏਅਰਪੋਰਟ ਦੇ ਉੱਤੇ ਕਾਪੀ ਦੇ ਲਕੀਰਾਂ ਵਾਲੇ ਕਾਗਜ਼ ਦੇ ਉੱਤੇ ਇਹਨੇ ਤੇ ਬਾਲ ਕ੍ਰਿਸ਼ਨ ਨੇ ਲਿਖ ਕੇ ਦਿੱਤਾ ਸੀ ਕਿ ਅੱਜ ਅਸੀਂ ਧਰਨਾ ਲਾਵਾਂਗੇ, ਕੱਲ੍ਹ ਦੁਪਹਿਰੇ ਤੁਸੀਂ ਮੰਗਾਂ ਮੰਨ ਲਿਓ, ਫਿਰ ਅਸੀਂ ਧਰਨਾ ਚੁੱਕ ਲਾਂਗੇ ਜਿਹੜਾ ਮੈਂ ਮਰਨ ਵਰਤ ਰੱਖਿਆ ਉਹ। ਉਹਨੇ ਚਿਰ ਨੂੰ ਬੀਜੇਪੀ ਵਾਲਿਆਂ ਨੇ ਆ ਕੇ ਘੇਰਾ ਪਾ ਲਿਆ, ਫਿਰ ਇਹਦੀ ਪੇਸ਼ ਨਹੀਂ ਗਈ ਤੇ ਇਹ ਕਾਂਗਰਸੀਆਂ ਤੋਂ ਫਿੱਕਾ ਪੈ ਗਿਆ ਤੇ ਬੇਇੱਜ਼ਤੀ ਕਰਾ ਕੇ ਉੱਥੇ ਹਰਿਦੁਆਰ ਜਾ ਵੜਿਆ। ਇਹਦੇ 'ਚ ਜੋਗੀਆਂ ਵਾਲੀ ਗੱਲ ਕਿਹੜੀ ਸੀ, ਇਹ ਤਾਂ ਸਿਆਸੀ ਸਾਧ ਹੈ ਜੀ। ਚੌਥੀ ਗੱਲ ਤੇ ਆ ਜਾਓ, ਹੁਣ ਇਹ ਜਦੋਂ ਤੋਂ ਆਇਆ ਇਹਨੂੰ ਸਿਆਸਤ ਦਾ ਇਹੋ ਜਿਹਾ ਚਸਕਾ ਸੀ। ਇਹਨੇ ਟਿਕਟਾਂ ਵੀ ਪਿਛਲੀ ਵਾਰ ਪਾਰਲੀਮੈਂਟ ਦੀਆਂ ਦਵਾਈਆਂ ਸੀ। ਜਿਨ੍ਹਾਂ ਨੂੰ ਟਿਕਟਾਂ ਦਵਾਈਆਂ ਉਹਨਾਂ 'ਚੋਂ ਕਿਸੇ ਨੂੰ ਪਾਰਲੀਮੈਂਟ ਮੈਂਬਰ ਨੂੰ ਮੰਤਰੀ ਵੀ ਬਣਾਇਆ ਸੀ। ਰਾਜਸਥਾਨ ਦੇ ਜਲਸੇ 'ਚ ਇੱਕ ਕੈਂਡੀਡੇਟ ਦੀ ਟਿਕਟ ਦੀ ਇਹ ਚਰਚਾ ਕਰਦਾ ਪਿਆ ਸੀ ਤੇ ਇਹਨੂੰ ਪਤਾ ਨਹੀਂ ਕੈਮਰੇ ਉੱਤੇ ਰਿਕਾਰਡ ਕਰਦੇ ਪਿਆ। ਇਹਨਾਂ ਨੂੰ ਪੁੱਛਿਆ ਪੈਸੇ ਪੂਹਾਂ ਦੀ ਕੀ ਗੱਲ ਬਣੀ ਹੈ, ਤੇ ਉਹਨੇ ਆਖਿਆ ਉਹ ਤੇ ਬਣੀ ਨਹੀਂ। ਤੇ ਇਹ ਕਹਿੰਦਾ ਠਹਿਰ, ਬਹੁਤੀ ਗੱਲ ਨਾ ਕਰ, ਕੈਮਰੇ ਰਿਕਾਰਡ ਕਰਦੇ ਆ। ਉਹਨੇ 'ਚ ਉਹਨੂੰ ਸਾਰਾ ਕੋਈ ਰਿਕਾਰਡ ਹੋ ਚੁੱਕਾ ਹੈ, ਉਹਨਾਂ TV ਤੇ ਵਿਖਾ ਦਿੱਤਾ। ਇਹ ਵੀ ਇਹਨੇ ਕੰਮ ਕੀਤਾ ਹੋਇਆ। ਤੇ ਜੋਗੀਆਂ ਵਾਲੀ ਗੱਲ ਫਿਰ ਕਿਹੜੀ ਆ ਗਈ? ਫਿਰ ਪਿਛਲੇ ਸਾਲ ਦਾ ਅਸੀਂ ਚੇਤਾ ਕਰੀਏ, 2017 ਦਾ ਜੀ, ਪਿਛਲੇ ਤੋਂ ਪਿਛਲੇ ਸਾਲ ਦਾ, ਉਦੋਂ ਇਹਨੇ ਇੱਕ ਦਿਨ ਅਚਾਨਕ ਹੀ ਪਹਿਲਾਂ ਇਹ ਚਰਚਾ ਚਲਵਾਤੀ ਕਿ ਬਾਬਾ ਰਾਮਦੇਵ ਨੂੰ ਪਦਮ ਸ਼੍ਰੀ ਦਾ ਖਿਤਾਬ ਦਿੱਤਾ ਜਾ ਰਿਹਾ ਜੀ। ਕਿਸੇ ਨੇ ਉੱਥੋਂ ਪੁੱਛ ਲਿਆ ਦੂਸਰੇ ਪਾਸਿਓਂ ਮਿਨਿਸਟਰੀ ਤੋਂ ਕਿ ਪਦਮ ਸ਼੍ਰੀ ਦਾ ਖਿਤਾਬ ਦਿੱਤਾ ਜਾ ਰਿਹਾ, ਤੇ ਉਹਨਾਂ ਨੇ ਆਖਿਆ ਜੀ ਇਹਦੇ 'ਚ ਕਿਸੇ ਨੇ ਸਿਫਾਰਿਸ਼ ਹੀ ਨਹੀਂ ਕੀਤੀ। ਇਹਨੂੰ ਪਤਾ ਸੀ ਕਿ ਉੱਥੇ ਜਾ ਕੇ ਇਹ ਪਾਜ ਖੁੱਲ੍ਹ ਜਾਣਾ। ਅਸਲ ਵਿੱਚ ਇਹ ਕੋਸ਼ਿਸ਼ ਕਰਦਾ ਪਿਆ ਮੈਨੂੰ ਮਿਲ ਜੇ। ਫਿਰ ਇਹਨੇ ਆਪੇ ਹੀ ਬਿਆਨ ਦੇ ਦਿੱਤਾ ਕਿ ਮੈਨੂੰ ਭਾਰਤ ਸਰਕਾਰ ਨੇ ਪੁੱਛਿਆ ਕਿ ਤੈਨੂੰ ਪਦਮ ਸ਼੍ਰੀ ਦਿੱਤਾ ਜਾਵੇ, ਤੇ ਮੈਂ ਕਹਿਤਾ ਕਿ ਅਸੀਂ ਸਾਧ ਲੋਕ ਹੁੰਦੇ, ਸਾਨੂੰ ਪਦਮ ਸ਼੍ਰੀਆਂ ਦੀ ਲੋੜ ਨਹੀਂ। ਇਹਦੇ ਉੱਤੇ ਫਿਰ ਮਿਨਿਸਟਰੀ ਦਾ ਬਿਆਨ ਆਇਆ ਜੀ। ਕਿਸੇ ਨੇ ਫਿਰ RTI 'ਚ ਪੁੱਛ ਲਿਆ ਕਿ ਸੱਚਾਈ ਕੀ ਹੈ। ਉਹ ਕਹਿੰਦੇ ਜੀ ਉਹਦੇ ਉੱਤੇ ਤੇ ਇਹਨੂੰ ਤੇ ਸਹਿਮਤੀ ਤਾਂ ਹੀ ਮੰਗਦੇ ਜੇ ਕਿਸੇ ਨੇ ਥੱਲੇ ਰਿਕਮੈਂਡ ਕਰਕੇ ਭੇਜਿਆ ਹੁੰਦਾ। ਇਹ ਤਾਂ ਕਹਿੰਦੇ ਸਿਫਾਰਿਸ਼ ਹੀ ਨਹੀਂ ਕੀਤੀ ਕਿ ਇਹਨੂੰ ਪਦਮ ਸ਼੍ਰੀ ਦਿੱਤਾ ਜਾਵੇ। ਤੇ ਜੇ ਸਿਫਾਰਿਸ਼ ਹੀ ਨਹੀਂ ਕੀਤੀ, ਕਦੇ ਵਿਚਾਰ ਹੀ ਨਹੀਂ ਹੋਈ, ਤੇ ਇਹਨੂੰ ਪੁੱਛਣਾ ਕਿਹਨੇ ਸੀ? ਤੇ ਇਹ ਕਹਿਣ ਦੀ ਕੀ ਲੋੜ ਸੀ ਕਿ ਮੈਨੂੰ ਅਜੇ ਨਹੀਂ ਚਾਹੀਦਾ। ਅਸਲ ਗੱਲ ਇਹ ਸੀ ਕਿ ਭਾਲਦਾ ਸੀ। ਜਦੋਂ ਗੱਲ ਨਹੀਂ ਬਣੀ ਤੇ ਬਿੱਲੀ ਵਾਂਗੂ ਕਹਤਾ ਅੰਗੂਰ ਖੱਟਿਆ।
ਇਸ ਵਾਰੀ ਇਹਨੇ ਕਹਿਤਾ ਉਹ ਜੀ ਭਾਰਤ ਰਤਨ ਮਦਰ ਟੈਰੇਸਾ ਨੂੰ ਮਿਲ ਗਿਆ, ਫਲਾਣੇ ਨੂੰ ਮਿਲ ਗਿਆ, ਜੀ ਜਿਹੜੇ ਭਾਰਤੀ ਸੰਨਿਆਸੀ ਉਹਨਾਂ ਨੂੰ ਨਹੀਂ ਮਿਲਦਾ। ਕਿਸੇ ਸੰਨਿਆਸੀ ਨੂੰ ਮਿਲਿਆ ਕਿ ਨਹੀਂ ਮਿਲਿਆ ਮੈਨੂੰ ਪਤਾ ਨਹੀਂ, ਪਰ ਹਾਲ ਦੀ ਘੜੀ ਇਸ ਬਾਬੇ ਦਾ ਨਾਂ ਇਸ ਕਰਕੇ ਨਹੀਂ ਆਉਂਦਾ, ਇਹਦਾ ਨੰਬਰ ਇਸ ਕਰਕੇ ਨਹੀਂ ਆ ਰਿਹਾ ਕਿਉਂਕਿ ਬਾਬਾ ਬਹੁਤ ਸਾਰੇ ਚਰਚਿਆਂ 'ਚ ਆ। ਇਹਦੀਆਂ ਦਵਾਈਆਂ ਬਾਰੇ ਚਰਚੇ ਆ ਜੀ, ਇਹਦੀ ਫੈਕਟਰੀ ਬਾਰੇ ਚਰਚੇ ਆ, ਜਿਹੜੇ ਆਸ਼ਰਮ ਦਾ ਮੁਖੀ ਬਣਿਆ ਬੈਠਾ ਉਸ ਆਸ਼ਰਮ ਦੇ ਬਾਰੇ ਚਰਚੇ ਆ, ਉਸ ਆਸ਼ਰਮ ਦਾ ਇਹ ਤੋਂ ਪਹਿਲਾਂ ਜਿਹੜਾ ਮੁਖੀ ਸੀ ਉਹਦੀ ਗੁੰਮਸ਼ੁਦਗੀ ਬਾਰੇ ਚਰਚੇ ਆ। ਜੇ ਇਹ ਕਿਸੇ ਵੀ ਤਰੀਕੇ ਇਹੋ ਜਿਹੇ ਮੌਕੇ ਉੱਤੇ ਕੋਈ ਸਰਕਾਰ ਇਹਨੂੰ ਪਦਮ ਸ਼੍ਰੀ ਜਾਂ ਕੋਈ ਹੋਰ ਸ਼੍ਰੀ ਲਾਉਣਾ ਚਾਹਵੇ ਤੇ ਉਹਨਾਂ ਸ਼੍ਰੀਆਂ ਦੇ ਨਾਲ ਬਹੁਤ ਸਾਰੇ ਚਰਚੇ ਛਿੜਨੇ ਆ। ਇਸ ਕਰਕੇ ਕੋਈ ਵੀ ਸਰਕਾਰ ਇਹਨੂੰ ਕੋਈ ਚੋਗਾ ਪਾਉਣ ਨੂੰ ਤਿਆਰ ਨਹੀਂ। ਜੀ, ਇਹ ਹੈਰਾਨੀ ਵਾਲੀ ਗੱਲ ਨਹੀਂ। ਮੱਧ ਪ੍ਰਦੇਸ਼ ਦੇ ਵਿੱਚ ਸ਼ਿਵਰਾਜ ਚੌਹਾਨ ਦੀ ਸਰਕਾਰ ਸੀ, ਉਹਨਾਂ ਨੇ 5 ਸਾਧਾਂ ਨੂੰ ਰਾਜ ਮੰਤਰੀ ਦਾ ਦਰਜਾ ਦੇ ਦਿੱਤਾ। ਜੀ, ਤੇ ਉੱਤਰਾਖੰਡ ਦੇ ਵਿੱਚ ਵੀ ਤੇ ਭਾਜਪਾ ਦੀ ਸਰਕਾਰ ਆ, ਇਹਨੂੰ ਨਹੀਂ ਦੇ ਸਕਦੇ। ਇਹਦਾ ਨੌਗਾ ਉਹਨਾਂ ਨੂੰ ਨਹੀਂ ਪਾਇਆ ਕਿਉਂਕਿ ਉਹਨਾਂ ਨੂੰ ਪਤਾ ਕਿ ਨੌਗਾ ਪਾਉਣ ਵਾਸਤੇ ਵੀ ਜਿਹੜੇ ਬੰਦੇ ਦੀ ਹਸਤੀ ਚਾਹੀਦੀ ਹੈ ਉਹ ਹੈ ਨਹੀਂ, ਇਹਦੀ ਉਹ ਹਸਤੀ ਹੈ ਨਹੀਂ। ਤੇ ਪਰ ਜਿੰਨੇ ਕੁ ਡਰਾਮੇ ਬਾਬਾ ਕਰਦਾ, ਮੈਂ ਨਾ ਇਹ ਡਰਾਮਿਆਂ ਦੇ ਨਾਂ ਦੇ ਉੱਪਰ ਹੀ ਦੇ ਦੇਣ ਕੋਈ ਨਾ ਕੋਈ। ਹਾਂ, ਇਹ ਠੀਕ ਆ ਕਿ ਹੋਰ ਕੁਝ ਨਹੀਂ ਤੇ ਨਾਟਯ ਰੂਪਾਂਤਰਣ ਕਰਨ ਵਾਸਤੇ ਇਹਨੂੰ ਇੱਕ ਦੇ ਦੇ। ਪਰ ਸੋ ਅਗਲਾ ਸਵਾਲ ਜਿਹੜਾ ਉਹ ਵੀ ਕਹਿੰਦੇ ਕਿ ਗਣਤੰਤਰ ਦਿਵਸ ਲੰਘੇ ਨੂੰ ਤਾਂ ਵੈਸੇ ਬਹੁਤ ਦਿਨ ਹੋ ਗਏ, ਪਰ ਉਹਦੀ ਚਰਚਾ ਬੜੀ ਛਿੜੀ ਹੈ। ਮੇਰਾ ਖਿਆਲ ਕੋਈ ਤਿਰੰਗਾ ਕਹਿੰਦੇ ਜ਼ਮੀਨ ਤੇ ਪਿਆ ਹੀ ਸਲਾਮੀ ਦੇਈ ਗਿਆ, ਉਹ ਕੀ ਕਹਾਣੀ ਹੈ? ਇੱਕੋ ਵੇ ਦਾ ਦੱਸਾਂ, ਸਾਡੇ ਕੋਲ ਇੱਥੇ ਜਿਹੜੇ ਲੀਡਰ ਨੇ ਜੀ, ਗਣਤੰਤਰ ਦਿਵਸ ਮਨਾਉਂਦੇ ਆ ਤੇ ਲੋਕਾਂ ਨੂੰ ਕਹੀ ਜਾਂਦੇ ਮੈਂ ਆਜ਼ਾਦੀ ਦਿਨ ਦੀ ਸੁਤੰਤਰਤਾ ਦਿਵਸ ਦੀ ਤੁਹਾਨੂੰ ਵਧਾਈ ਦਿੰਦਾ। ਜੀ, ਜਦੋਂ ਆਜ਼ਾਦੀ ਦਿਨ ਮਨਾਉਂਦੇ ਆ ਕਹੀ ਜਾਂਦੇ ਆ ਮੈਂ ਗਣਤੰਤਰ ਦਿਵਸ ਦੀ ਵਧਾਈ ਦਿੰਦਾ। ਸਮਝ ਕੱਖ ਨਹੀਂ। ਰਾਤ ਨੂੰ ਮਿੱਤਰਾਂ ਦੀ ਮਹਿਫਲ 'ਚ ਬੈਠੇ ਹੁੰਦੇ ਆ, ਸਵੇਰੇ ਉੱਠ ਕੇ ਜਾ ਕੇ ਝੰਡਾ ਚਲਾ ਆਉਂਦੇ ਆ। ਇੱਕ ਰਸਮ ਪੂਰਤੀ ਰਹਿ ਗਈ ਆ। ਜੀ, ਗਣਤੰਤਰ ਦਿਵਸ, ਗਣ ਯਾਨੀ ਲੋਕਾਂ ਤੋਂ ਤੰਤਰ ਵੱਖ ਹੋ ਗਿਆ। ਗਣ ਕਿਤੇ ਫਿਰਦਾ, ਤੰਤਰ ਕਿਤੇ ਫਿਰਦਾ। ਜੀ, ਇਸ ਗੈਰ ਗੰਭੀਰਤਾ 'ਚ ਬਹੁਤ ਸਾਰੀਆਂ ਗੱਲਾਂ ਗਲਤ ਹੁੰਦੀਆਂ ਪਈਆਂ। ਸਾਡੇ ਪੰਜਾਬ ਦੇ ਵਿੱਚ 2 ਥਾਵਾਂ ਤੇ, ਬਠਿੰਡੇ ਤੇ ਗੁਰਦਾਸਪੁਰ 'ਚ 2 ਮੰਤਰੀਆਂ ਨੇ ਝੰਡਾ ਚਲਾਇਆ, ਰੱਸੀ ਖਿੱਚੀ, ਫਿਰ ਆਰਾਮ ਨਾਲ ਖਲੋ ਗਏ। ਖੱਬੇ ਸੱਜੇ ਖੜੇ ਪੁਲਿਸ ਵਾਲੇ ਅਫਸਰ ਸਲੂਟ ਦੇ ਰਹੇ ਆ। ਜਿਹੜਾ ਮੰਤਰੀ ਇਸ ਕੰਮ ਲਈ ਆਇਆ ਕਿ ਉਹਨੇ ਝੰਡਾ ਚਲਾ ਕੇ ਸਲੂਟ ਦੇਣਾ, ਜੀ, ਉਹ ਆਰਾਮ ਨਾਲ ਖੜਾ। ਔਰ ਦੋਵੇਂ ਥਾਵਾਂ ਤੇ ਇਹ ਹੋਇਆ ਕਿ ਜਦੋਂ ਅੱਧਾ ਰਾਸ਼ਟਰੀ ਗੀਤ ਨਿਕਲ ਗਿਆ ਤੇ ਇੱਕ ਪੁਲਿਸ ਅਫਸਰ ਨੇ ਹੱਥ ਲਾ ਕੇ ਆਖਿਆ ਜੀ ਸਲੂਟ, ਤੇ ਫਿਰ ਸਲੂਟ ਮਾਰਿਆ। ਜੀ, ਇਹ ਪੰਜਾਬ ਦੇ 2 ਮੰਤਰੀਆਂ ਦੀ ਕਹਾਣੀ ਹੈ। ਆਦਤ ਨਹੀਂ ਨਾ ਇਹ ਸਲੂਟ ਮਾਰਨ ਆਦਤ ਦੀ। ਨਹੀਂ। ਹੁਣ ਤੀਸਰੀ ਸੁਣ ਲਓ। ਅਰੁਣਾਚਲ ਪ੍ਰਦੇਸ਼ ਜੰਮੂ ਕਸ਼ਮੀਰ ਦੇ ਚੀਨ ਦੀ ਹੱਦ ਦੇ ਬਿਲਕੁਲ ਨਾਲ ਲੱਗਦਾ। ਜੀ, ਚੀਨ ਵਾਲੇ ਉਹਨੂੰ ਭਾਰਤ ਦਾ ਮੰਨਦੇ ਨਹੀਂ। ਉੱਥੇ ਤੇ ਕੋਈ ਸੀਰੀਅਸਨੈਸ ਚਾਹੀਦੀ ਹੈ। ਸਟੇਟ ਲੈਵਲ ਦਾ ਫੰਕਸ਼ਨ ਹੈ, ਗਵਰਨਰ ਗਿਆ ਝੰਡਾ ਚਲਾਉਣ ਵਾਸਤੇ। ਜਦੋਂ ਝੰਡਾ ਚਲਾਇਆ ਤੇ ਉੱਤੇ ਡੋਰੀ ਫਸ ਗਈ। ਫਿਰ ਇੱਕ ਸਿਪਾਹੀ ਨੂੰ ਆਖਿਆ ਤੂੰ ਖਿੱਚ। ਸਿਪਾਹੀ ਨੇ ਜ਼ੋਰ ਨਾਲ ਰੱਸੀ ਖਿੱਚੀ, ਉੱਤੋਂ ਫੁੱਲ ਡਿੱਗੇ, ਰਾਸ਼ਟਰੀ ਗੀਤ ਸ਼ੁਰੂ ਹੋ ਗਿਆ। ਤੇ ਬਾਅਦ 'ਚ ਵੇਖਿਆ ਕਿ ਫੁੱਲ ਇਕੱਲੇ ਨਹੀਂ ਡਿੱਗੇ, ਝੰਡਾ ਵੀ ਜ਼ਮੀਨ ਤੇ ਆ ਡਿੱਗਾ। ਜੀ, ਫਿਰ ਹੁਣ ਉਸ ਵਕਤ ਬੰਦਾ ਕੋਈ ਚੜਾਇਆ ਨਹੀਂ ਜਾ ਸਕਦਾ, ਰਾਸ਼ਟਰੀ ਗੀਤ ਚੱਲਦਾ ਪਿਆ। ਪੁਲਿਸ ਅਫਸਰਾਂ ਨੇ ਆਖਿਆ ਇੱਕ ਸਿਪਾਹੀ ਨੂੰ ਕਿ ਤੂੰ ਹੁਣ ਫੜ ਕੇ ਖਲੋ ਜਾ। ਉਹਨੇ ਸਿਪਾਹੀ ਨੇ ਝੰਡਾ ਫੜਿਆ, ਐਂ ਕਰਕੇ ਗਵਰਨਰ ਦੇ ਅੱਗੇ ਉਹ ਖੜਾ ਤੇ ਗਵਰਨਰ ਸਾਹਿਬ ਉਹਨੂੰ ਸਲੂਟ ਦੇ ਕੇ, ਪਤਾ ਨਹੀਂ ਉਹ ਸਿਪਾਹੀ ਨੂੰ ਸਲੂਟ ਦਿੰਦੇ ਝੰਡੇ ਹੁੰਦੇ ਆ। ਝੰਡਾ ਇੱਥੇ ਆ, ਗਵਰਨਰ ਸਾਹਿਬ ਉਹ ਤੋਂ ਉੱਚੇ ਆ, ਸਿਪਾਹੀ ਐਂ ਝੰਡਾ ਫੜ ਕੇ ਖੜਾ ਤੇ ਗਵਰਨਰ ਸਾਹਿਬ ਸਲੂਟ ਦੇ ਰਹੇ। ਅਜੇ ਇਹ ਵੀ ਸ਼ੁਕਰ ਹੈ। ਇਹਦੋਂ ਭੈੜੀ ਹੋਰ ਹੋ ਗਈ। ਜੀ, ਜੰਮੂ ਕਸ਼ਮੀਰ ਦੇ ਵਿੱਚ ਰਜੌਰੀ ਜ਼ਿਲ੍ਹਾ, ਅੱਜ ਕੱਲ੍ਹ ਉੱਥੇ ਸਿਆਸੀ ਸਰਕਾਰ ਤੇ ਹੈ ਨਹੀਂ, ਜੀ, ਅਫਸਰਾਂ ਦੇ ਹੱਥਾਂ 'ਚ ਸਾਰਾ ਕੁਛ ਹੈ। ਰਜੌਰੀ ਦੇ ਵਿੱਚ ਡਿਪਟੀ ਕਮਿਸ਼ਨਰ ਸੀ ਜਾਂ ਕੋਈ ਹੋਰ ਅਫਸਰ ਸੀ, ਉਹਨੇ ਝੰਡਾ ਚੜਾਉਣਾ ਸੀ, ਰੱਸੀ ਉਹਦੀ ਵੀ ਫਸ ਗਈ। ਜੀ, ਜਦੋਂ ਰੱਸੀ ਫਸ ਗਈ ਤੇ ਫਿਰ ਇੱਕ ਸਿਪਾਹੀ ਨੂੰ ਆਖਿਆ ਗਿਆ ਤੂੰ ਖਿੱਚ, ਤੇ ਸਿਪਾਹੀ ਨੇ ਆਪਣੇ ਢੰਗ ਨਾਲ ਮਾਰਿਆ ਤੁਣਕਾ, ਫੁੱਲ ਡਿੱਗੇ, ਰਾਸ਼ਟਰੀ ਗੀਤ ਸ਼ੁਰੂ ਹੋ ਗਿਆ। ਤੇ ਮਗਰੋਂ ਵੇਖਿਆ ਕਿ ਝੰਡਾ ਜ਼ਮੀਨ ਤੇ ਪਿਆ ਤੇ ਉਸ ਵਕਤ ਕੋਈ ਬੋਲਣਾ ਨਹੀਂ ਚਾਹੁੰਦਾ। ਜਿਹੜੇ ਪੁਲਿਸ ਅਫਸਰ ਸੀ ਉਹ ਸਲੂਟ ਮਾਰਦੇ ਪਏ ਸੀ, ਡਿਪਟੀ ਕਮਿਸ਼ਨਰ ਸਲੂਟ ਮਾਰਦਾ ਪਿਆ ਸੀ, ਸਿਪਾਹੀ ਵਿਚਾਰਾ ਠੰਬਰ ਕੇ ਖਲੋ ਗਿਆ, ਝੰਡਾ ਪੈਰਾਂ 'ਚ ਪਿਆ, ਸਾਹਮਣੇ ਜ਼ਮੀਨ ਤੇ ਝੰਡਾ ਪਿਆ ਤਿਰੰਗਾ, ਖਾਲੀ ਡੰਡੇ ਨੂੰ ਸਲੂਟ ਦਿੱਤਾ ਜਾ ਰਿਹਾ। ਇਹਦੋਂ ਵੱਧ ਬੇਇੱਜ਼ਤੀ ਵੀ ਹੋ ਸਕਦੀ ਹੈ। ਮਿਜ਼ੋਰਮ 'ਚ ਹੋਰ ਹੋ ਗਿਆ। ਜੀ, ਉੱਥੋਂ ਦੇ ਲੋਕਾਂ ਨੇ ਇਸ ਵਾਰੀ ਕੁਝ ਗੱਲਾਂ ਦੇ ਉੱਤੇ ਭਾਰਤ ਸਰਕਾਰ ਨਾਲ ਨਾਰਾਜ਼ਗੀ ਜ਼ਾਹਰ ਕੀਤੀ। ਜੀ, ਉਹਨਾਂ ਨੇ ਕਹਿ ਦਿੱਤਾ ਕਿਸੇ ਨਹੀਂ ਜਾਣਾ। ਨਤੀਜਾ ਕੀ ਨਿਕਲਿਆ? 35,000 ਲੋਕਾਂ ਦੀ, ਦਰਸ਼ਕਾਂ ਦੀ ਕਪੈਸਿਟੀ ਵਾਲਾ ਸਟੇਡੀਅਮ ਹੈ ਜਿਹਦੇ ਵਿੱਚ ਗਵਰਨਰ ਸਾਹਿਬ ਝੰਡਾ ਚਲਾ ਰਿਹਾ। ਉਹਦੇ ਖੱਬੇ ਸੱਜੇ 10-12 ਮੰਤਰੀ ਤੇ ਅਫਸਰ ਬੈਠੇ ਆ। ਸਾਰੇ ਸਟੇਡੀਅਮ 'ਚ ਇੱਕ ਚਿੜੀ ਤੱਕ ਨਹੀਂ। ਜੀ, ਖਾਲੀ ਸਟੇਡੀਅਮ ਝੰਡਾ ਚਲਾਇਆ ਜਾ ਰਿਹਾ। ਇਹ ਕੀ ਤਮਾਸ਼ਾ?
ਆ ਪਿਛਲੇ ਸਾਲ ਦੀ ਗੱਲ ਹੈ, ਰਾਜਸਥਾਨ 'ਚ ਇੱਕ ਥਾਂ ਦੇ ਉੱਤੇ ਝੰਡਾ ਚਲਾਉਣ ਦੀਆਂ ਤਿਆਰੀਆਂ ਕਰਦੇ ਪਏ ਸੀ, ਇੱਕਦਮ ਅਚਾਨਕ ਬਾਂਦਰ ਆ ਗਿਆ, ਇਹ ਸਾਰੇ ਪਿਛਾਂਹ ਭੱਜ ਗਏ, ਉਹ ਆ ਕੇ ਰੱਸੀ ਖਿੱਚ ਗਿਆ। ਅਸਲ ਵਿੱਚ ਉਹ ਪੋਲ ਦੇ ਉੱਤੇ ਚੜ੍ਹਨ ਲੱਗਾ ਸੀ ਤੇ ਉਹਦੇ ਪੈਰਾਂ ਨਾਲ ਰੱਸੀ ਫਸ ਗਈ, ਖਿੱਚੀ ਗਈ। ਇਹ ਕਿੱਦਾਂ ਦਾ ਦੇਸ਼ ਹੈ ਜਿਹਦੇ ਵਿੱਚ ਮਤਲਬ ਗਣਤੰਤਰ ਦਿਵਸ, ਆਜ਼ਾਦੀ ਦਿਵਸ ਇਹਨਾਂ ਨੇ ਸਭ ਤਮਾਸ਼ਾ ਬਣਾ ਕੇ ਬਣਾ ਦਿੱਤਾ। ਜਿਹੜੇ ਦੇਸ਼ ਭਗਤਾਂ ਨੇ ਕੁਰਬਾਨੀਆਂ ਕੀਤੀਆਂ ਸੀ ਉਹਨਾਂ ਇਸ ਕਰਕੇ ਕੀਤੀਆਂ ਸੀ ਕਿ ਇਹੋ ਜਿਹੇ ਨਿਕੰਮੇ ਬੰਦਿਆਂ ਦੇ ਹੱਥ 'ਚ ਆ ਜਾਏਗਾ ਪ੍ਰਬੰਧ। ਬਿਲਕੁਲ ਸਹੀ ਗੱਲ। ਸ਼ਰਮਨਾਕ ਹੈ ਸਾਰਾ ਕੁਝ। ਪਰ ਸਭ ਕਰਨਾਟਕ ਦੀ ਸਮਝ ਨਹੀਂ ਆਉਂਦੀ ਕਿ ਕਦੀ ਤੇ ਉੱਥੇ ਕਹਾਣੀ ਫਿੱਟ ਹੋ ਜਾਂਦੀ ਹੈ, ਕਦੀ ਫੇਰ ਰੌਲਾ ਰੱਪਾ ਪੈ ਜਾਂਦਾ। ਹੁਣ ਫੇਰ ਕਹਿੰਦੇ ਕਿ ਅਸਾਰ ਗਠਬੰਧਨ ਟੁੱਟਣ ਦੇ ਆ। ਇਹ ਚੱਕਰ ਕੀ ਹੈ? ਮੈਨੂੰ ਲੱਗਦਾ ਨਹੀਂ ਕਿ ਸਰਕਾਰ ਬਹੁਤਾ ਚਿਰ ਕੱਢੂਗੀ। ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਜਿਹੜੇ ਕਾਂਗਰਸ ਵਾਲੇ ਆ ਉਹ ਗਠਬੰਧਨ ਦੀ ਅਗਵਾਈ ਕਰਨ ਦੀ ਆਦਤ ਪਾ ਚੁੱਕੇ ਆ ਜੀ। ਮਗਰਲੇ ਹਾਲੀ ਬਣਨ ਨੂੰ ਉਹਨਾਂ ਨੂੰ ਥੋੜ੍ਹਾ ਜਿਹਾ ਨਾ ਮੁਸ਼ਕਲ ਆਉਂਦੀ ਆ ਜੀ, ਤੇ ਖਾਸ ਤੌਰ ਤੇ ਉਦੋਂ ਜਦੋਂ ਸੀਟਾਂ ਵੀ ਉਹਨਾਂ ਦੀਆਂ ਵੱਧ ਹੋਣ ਜੀ। ਤੇ ਕਰਨਾਟਕਾ ਦੇ ਵਿੱਚ ਮੁੱਖ ਮੰਤਰੀ ਹੈਗਾ ਜਨਤਾ ਦਲ ਐਸ ਦਾ, ਸੀਟਾਂ ਉਹਦੀਆਂ ਘੱਟ ਨੇ। ਬਣਾਇਆ ਇਸ ਕਰਕੇ ਸੀ ਕਿ ਜੇ ਨਾ ਬਣਾਇਆ ਤੇ ਉਹ ਵੀ ਆਪਣੀ ਥਾਂ ਅੜਿਆ ਰਿਹਾ ਤੇ ਬੀਜੇਪੀ ਦੀ ਸਰਕਾਰ ਬਣੂਗੀ। ਬਣਾ ਦਿੱਤਾ। ਉਦੋਂ ਦਾ ਮੁੜ ਕੇ ਰੇੜਕਾ ਪੈਂਦਾ। ਇੱਕ ਪਾਸੇ ਤਾਂ ਬੀਜੇਪੀ ਹਮਲਾ ਕਰਦੀ ਹੈ, ਇਹਨਾਂ ਦੇ ਬੰਦੇ ਮੁੜ ਕੇ ਤੋੜਨ ਵਾਸਤੇ ਜ਼ੋਰ ਲਾਉਂਦੀ ਹੈ। ਅਜੇ ਤੇ ਪਿਛਲੇ ਮਹੀਨੇ ਉਹਨਾਂ ਨੇ ਆਪਰੇਸ਼ਨ ਲੋਟਸ ਚਲਾਇਆ ਸੀ, ਇਹਨਾਂ ਦੇ ਬੰਦੇ ਤੋੜਨ ਲੱਗੇ ਸੀ। ਫਿਰ ਇਹਨਾਂ ਨੇ ਉਹਨਾਂ ਦੇ ਤੋੜਨ ਦਾ ਕਾਊਂਟਰ ਜੋ ਪ੍ਰੋਗਰਾਮ ਬਣਾਇਆ, ਦੋਵੇਂ ਤਰ੍ਹਾਂ ਆਪੋ ਆਪਣੀ ਥਾਂ ਬਹਿ ਗਈਆਂ ਜੀ। ਹੁਣ ਕੀ ਰੇੜਕਾ ਪਿਆ ਕਿ ਕਾਂਗਰਸ ਦਾ ਜਿਹੜਾ ਪਿਛਲੇ 5 ਸਾਲ ਮੁੱਖ ਮੰਤਰੀ ਰਹਿ ਚੁੱਕਾ ਸਿੱਧਾਰਮਈਆ ਜੀ, ਬੰਦਾ ਤੇ ਉਹ ਹਾਰਡ ਵਰਕਿੰਗ ਹੈ। ਕਾਂਗਰਸੀਆਂ ਵਿੱਚ ਉਹਦਾ ਅਸਰ ਵੀ ਬਹੁਤ ਤਗੜਾ, ਧੜਾ ਉਹਦਾ ਬਹੁਤ ਤਗੜਾ। ਉਹਦੇ ਬੰਦਿਆਂ ਨੇ ਇੱਕ ਸਮਾਗਮ ਕਰਾਇਆ, ਉਹ ਵੀ ਉੱਥੇ ਗਿਆ ਸੀ ਤੇ ਇੱਕ ਮੰਤਰੀ ਨੇ ਉੱਥੇ ਬੋਲਦਿਆਂ ਕਹਿ ਦਿੱਤਾ, ਕਹਿੰਦਾ ਜੀ ਕਹਿਣ ਨੂੰ ਜੋ ਮਰਜ਼ੀ ਕਹੀ ਜਾਈਏ, ਕਾਨੂੰਨੀ ਤੌਰ ਤੇ ਸਾਡੇ ਮੁੱਖ ਮੰਤਰੀ ਕੁਮਾਰਾ ਸਵਾਮੀ ਨੇ, ਗੱਠਜੋੜ ਦੇ ਮੁੱਖ ਮੰਤਰੀ, ਪਰ ਮੇਰੇ ਵਾਸਤੇ ਤਾਂ ਮੁੱਖ ਮੰਤਰੀ ਅੱਜ ਵੀ ਸਿੱਧਾਰਮਈਆ। ਇੱਕ ਹੋਰ ਨੇ ਕਹਿ ਦਿੱਤਾ ਜੇ ਕਿਤੇ ਸਿੱਧਾਰਮਈਆ ਸਾਹਿਬ 5 ਸਾਲ ਹੋਰ ਮੁੱਖ ਮੰਤਰੀ ਬਣ ਜਾਂਦੇ ਤੇ ਵਿਕਾਸ ਬਹੁਤ ਹੋ ਜਾਣਾ ਸੀ। ਹੁਣ ਕੋਈ ਵਿਕਾਸ ਨਹੀਂ ਹੋਇਆ। ਇਹ ਬਹੁਤੀਆਂ ਵੱਡੀਆਂ ਗੱਲਾਂ ਨਹੀਂ ਗੀਆਂ, ਸਧਾਰਨ ਗੱਲਾਂ ਸੀ ਜਿਨ੍ਹਾਂ ਤੋਂ ਕੁਮਾਰਾ ਸਵਾਮੀ ਕੌੜ ਖਾ ਗਿਆ। ਇਹ ਤਾਂ ਜੀ ਮੈਨੂੰ ਮੁੱਖ ਮੰਤਰੀ ਨਹੀਂ ਸਮਝਦੇ, ਕਹਿੰਦੇ ਸਿੱਧਾਰਮਈਆ ਮੁੱਖ ਮੰਤਰੀ ਹੈ। ਇਹ ਕਿੱਡੀ ਕੁ ਵੱਡੀ ਗੱਲ ਜੀ। ਮਹਾਰਾਸ਼ਟਰ ਦੇ ਵਿੱਚ ਬੀਜੇਪੀ ਤੇ ਸ਼ਿਵ ਸੈਨਾ ਦੀ ਸਾਂਝੀ ਸਰਕਾਰ ਚੱਲਦੀ। ਸ਼ਿਵ ਸੈਨਾ ਵਾਲੇ ਰੋਜ਼ ਬੀਜੇਪੀ ਦੇ ਖਿਲਾਫ ਬੋਲਦੇ ਆ। ਉੱਥੋਂ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੇ ਖਿਲਾਫ ਵੀ ਬੋਲਦੇ ਆ, ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਵੀ ਬੋਲਦੇ ਆ, ਬੀਜੇਪੀ ਦੇ ਪ੍ਰਧਾਨ ਅਮਿਤ ਸ਼ਾਹ ਦੇ ਖਿਲਾਫ ਵੀ ਬੋਲਦੇ ਆ ਜੀ। ਉਹ ਕੋਈ ਜਵਾਬ ਹੀ ਕੋਈ ਨਹੀਂ ਦਿੰਦੇ। ਕਦੇ ਕਦਾਈ ਲੋੜ ਪਵੇ ਤੇ ਮਹਾਰਾਸ਼ਟਰ ਦਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਕਹਿ ਦਿੰਦਾ ਕਿ ਸ਼ਿਵ ਸੈਨਾ ਨੂੰ ਬਹੁਤੀ ਕੌੜਾ ਤੇ ਵੱਖਰੀ ਹੋ ਜੇ, ਇੰਨਾ ਕਿ ਕਹਿ ਛੱਡਦਾ, ਇਹਦੋਂ ਵੱਧ ਕੁਝ ਨਹੀਂ ਜੀ। ਸਾਡੇ ਪੰਜਾਬ 'ਚ ਇੱਕ ਤਜਰਬਾ ਹੋਇਆ ਸੀ, ਜਦੋਂ ਸੁਖਬੀਰ ਸਿੰਘ ਬਾਦਲ ਨੂੰ ਪਹਿਲੀ ਵਾਰੀ ਡਿਪਟੀ ਮੁੱਖ ਮੰਤਰੀ ਬਣਾਇਆ ਤੇ ਬੀਜੇਪੀ ਵਾਲਿਆਂ ਨੇ ਅੜੀ ਕਰ ਲਈ ਕਿ ਜੇ ਇਹਨੂੰ ਬਣਾਉਣਾ ਤੇ ਸਾਡਾ ਮਨੋਰੰਜਨ ਕਾਲੀਆ ਵੀ ਡਿਪਟੀ ਮੁੱਖ ਮੰਤਰੀ ਬਣਾਓ ਜੀ। ਅਕਾਲੀਆਂ ਨੇ ਆਖਿਆ ਜੀ ਇਹ ਅਸੀਂ ਅੱਖ ਨਹੀਂ ਬੀਜਣਾ। ਉਹ ਆਖੜ ਅਸੀਂ ਉਹਦਾ ਫਿਰ ਕੋਆਪਰੇਟ ਨਹੀਂ ਕਰਨਾ। ਅਖੀਰ ਦਿੱਲੀ ਤੱਕ ਗੱਲ ਗਈ, ਵਾਜਪਾਈ ਅਡਵਾਨੀ ਤੱਕ ਗੱਲ ਗਈ। ਉਹਨਾਂ ਨੇ ਪੰਜਾਬ ਦੇ ਬੀਜੇਪੀ ਵਾਲਿਆਂ ਨੂੰ ਆਖਿਆ ਕਿ ਜਿਹੜੀ ਤਨਖਾਹ ਮਿਲਦੀ ਉਹਦੇ ਉੱਤੇ ਭਾਂਡੇ ਮਾਂਜਣੇ ਮਾਂਜੀ ਜਾਓ, ਐਦੋਂ ਬਾਅਦ ਤੁਹਾਨੂੰ ਕਾਲੀਆਂ ਕੱਖ ਨਹੀਂ ਦੇਣਾ ਤੇ ਵੀ ਨਾ ਗਵਾ ਲਿਓ। ਇਹ ਚੁੱਪ ਕਰਕੇ ਬਹਿ ਗਏ। ਉਹਦੇ ਬਾਅਦ ਕਈ ਵਾਰੀ ਬੀਜੇਪੀ ਵਾਲਿਆਂ ਨੇ ਆਖਿਆ ਕਿ ਠੀਕ ਹੈ ਬਾਦਲ ਸਾਹਿਬ ਮੁੱਖ ਮੰਤਰੀ ਹੈ, ਛੋਟਾ ਬਾਦਲ ਡਿਪਟੀ ਮੁੱਖ ਮੰਤਰੀ ਹੈ, ਸਾਡਾ ਲੀਡਰ ਤੇ ਮਨੋਰੰਜਨ ਕਾਲੀਆ, ਅਸੀਂ ਤੇ ਉਹਨੂੰ ਮੰਨ ਕੇ ਚੱਲਦੇ ਹਾਂ ਜੀ। ਇਸ ਗੱਲ ਦਾ ਕਦੇ ਗੁੱਸਾ ਵੱਡੇ ਬਾਦਲ ਨੇ ਨਹੀਂ ਕੀਤਾ, ਕਦੇ ਛੋਟੇ ਬਾਦਲ ਨੇ ਨਹੀਂ ਕੀਤਾ। ਉਹ ਕਹਿੰਦੇ ਠੀਕ ਹੈ ਤੁਸੀਂ ਉਹਨੂੰ ਆਪਣਾ ਲੀਡਰ ਮੰਨੀ ਜਾਓ, ਸਰਕਾਰ ਤਾਂ ਆਹੀ ਚਲਾ ਰਹੇ ਆ ਨਾ ਜੀ, ਤੁਹਾਨੂੰ ਲੋੜ ਜੋਗੇ ਥੋੜ੍ਹਾ ਗੁਜ਼ਾਰਾ ਕਰਨ ਜੋਗੇ 3-4 ਮਹਿਕਮੇ ਦਿੱਤੇ ਆ। ਇਹ ਕਿਸੇ ਗੱਲ ਦੀ ਪਰਵਾਹ ਨਹੀਂ ਸੀ ਕਰਦੇ। ਹੁਣ ਇੱਦਾਂ ਦੀਆਂ ਮੁਸ਼ਕਿਲਾਂ ਕਈਆਂ ਥਾਵਾਂ 'ਤੇ ਆਉਂਦੀਆਂ। ਅੱਜ ਕੱਲ੍ਹ ਗੋਆ 'ਚ ਆ ਰਹੀ ਹੈ, ਉੱਥੇ ਮੁੱਖ ਮੰਤਰੀ ਭਾਜਪਾ ਦਾ, ਇੱਕ ਮੰਤਰੀ ਹੋਰ ਭਾਜਪਾ ਦਾ। ਇਹਨਾਂ ਕੋਲ ਮੈਂਬਰ ਘੱਟਦੇ ਸੀ, ਇਹਨਾਂ ਨੇ ਜਿਹੜੀਆਂ ਟੁੱਟੀਆਂ ਭੱਜੀਆਂ ਛੋਟੀਆਂ ਮੋਟੀਆਂ ਪਾਰਟੀਆਂ ਨਾਲ ਲਾਈਆਂ, ਇੱਕ 2 ਸੀਟਾਂ ਵਾਲੀਆਂ। ਉਹਨਾਂ ਸਾਰਿਆਂ ਨੂੰ ਆਖਿਆ ਕਿ ਜੀ ਮੰਤਰੀ ਤੁਹਾਡੇ ਬਣਾ ਦਿੰਦੇ ਮੁੱਖ ਮੰਤਰੀ ਸਾਡਾ ਜੀ। ਇੰਜਣ ਇਹਨਾਂ ਦਾ ਰੇਲ ਗੱਡੀ ਬਗਾਨੀ। ਉਹ ਰੋਜ਼ ਸਵੇਰੇ ਉੱਠ ਕੇ ਬੀਜੇਪੀ ਦੇ ਖਿਲਾਫ ਬੋਲਦੇ ਆ, ਪਰ ਜਿਹੜਾ ਭਾਜਪਾ ਦਾ ਮੁੱਖ ਮੰਤਰੀ ਉਹ ਕੋਈ ਜਵਾਬ ਹੀ ਨਹੀਂ ਦਿੰਦਾ। ਉਹ ਜਾਰਜ ਬਰਨਾਰਡ ਸ਼ਾਹ ਨੂੰ ਇੱਕ ਵਾਰੀ ਪੁੱਛਿਆ ਗਿਆ ਸੀ ਵੀ ਸਭ ਤੋਂ ਵਧੀਆ ਜੋੜੀ ਕਿਹੜੀ ਹੁੰਦੀ ਆ ਜੀ, ਕਹਿੰਦਾ ਬੰਦਾ ਬੋਲਾ ਹੋਵੇ, ਔਰਤ ਅੱਖਾਂ ਤੋਂ ਅੰਨੀ ਹੋਵੇ, ਗੁਜ਼ਾਰਾ ਬਹੁਤ ਵਧੀਆ ਚੱਲਦਾ। ਕਿਉਂ? ਕਹਿੰਦਾ ਬੰਦਾ ਜੋ ਕੁਝ ਕਰਦਾ ਫਿਰਦਾ ਉਹਨੂੰ ਵਿਚਾਰੀ ਨੂੰ ਦਿਸੇ ਨਾ ਜੀ, ਤੇ ਉਹ ਜੋ ਬੁੜਬੁੜ ਕਰਦੀ ਹੈ ਬੋਲਦੀ ਹੈ ਬੰਦਾ ਸੁਣੇ ਹੀ ਨਾ। ਕਹਿੰਦਾ ਸਭ ਤੋਂ ਵਧੀਆ ਜੋੜੀ ਉਹ ਹੁੰਦੀ ਹੈ ਜੀ।
ਆ ਸਰਕਾਰਾਂ ਜਿਨ੍ਹਾਂ ਨੇ ਚਲਾਉਣੀਆਂ ਇਹ ਜਾਰਜ ਬਰਨਾਰਡ ਸ਼ਾਹ ਦਾ ਫਾਰਮੂਲਾ ਪੜ੍ਹ ਲੈਣ, ਨਹੀਂ ਤੇ ਕੰਮ ਨਹੀਂ ਚੱਲ ਸਕਦਾ। ਬਿਲਕੁਲ ਸਹੀ। ਹੁਣ ਕੁਮਾਰਾ ਸਵਾਮੀ ਹੋ ਗਿਆ ਥੋੜਾ ਸੈਂਸਿਟਿਵ, ਉਹ ਕਹਿੰਦੇ ਜੀ ਕਾਂਗਰਸ ਵਾਲੇ ਮੈਨੂੰ ਮੁੱਖ ਮੰਤਰੀ ਨਹੀਂ ਸਮਝਦੇ, ਇਹ ਕਹਿੰਦੇ ਸਿੱਧਾਰਮਈਆ ਸਾਡਾ ਮੁੱਖ ਮੰਤਰੀ ਆ, ਬਹੁਤੀ ਗੱਲ ਹੈ ਮੈਂ ਅਸਤੀਫਾ ਦੇ ਦਿੰਦਾ, ਬਣਾ ਲਓ ਜਿਹਨੂੰ ਬਣਾਉਣਾ, ਮੈਂ ਵੇਖੂਗਾ ਸਰਕਾਰ ਕਿੱਦਾਂ ਚੱਲਦੀ ਹੈ। ਉਹਦਾ ਪਿਓ ਪ੍ਰਧਾਨ ਮੰਤਰੀ ਰਹਿ ਚੁੱਕਾ ਦੇਵਗੌੜਾ ਜੀ, ਤੇ ਪ੍ਰਧਾਨ ਮੰਤਰੀ ਉਦੋਂ ਬਣਿਆ ਸੀ ਜਦੋਂ ਗੱਠਜੋੜ 'ਚ 13 ਪਾਰਟੀਆਂ ਸ਼ਾਮਲ ਸੀ ਜੀ। ਉਹ 13 ਪਾਰਟੀਆਂ ਦੇ ਵਿੱਚ ਸਾਰੇ ਜਦੋਂ ਇੱਕ ਦੂਸਰੇ ਨੂੰ ਸਿੰਘ ਮਾਰਦੇ ਸੀ, ਉਦੋਂ 1 ਸਾਲ ਪ੍ਰਧਾਨ ਮੰਤਰੀ ਰਹਿ ਗਿਆ। ਉਹਨੂੰ ਪਤਾ ਗੱਠਜੋੜ ਦੀਆਂ ਕੀ ਮੁਸ਼ਕਲਾਂ। ਉਹ ਆਪਣੇ ਮੁੰਡੇ ਨੂੰ ਕਹਿਣ ਡਿਆ ਕਿ ਇਹੋ ਜਿਹੀਆਂ ਗੱਲਾਂ ਸਧਾਰਨ ਲੋਕੀ ਕਹਿੰਦੇ ਹੁੰਦੇ, ਇਹਦੀ ਪਰਵਾਹ ਨਹੀਂ ਕਰੀਦੀ, ਗੱਠਜੋੜ ਚਲਾਈਦਾ। ਮੁੰਡਾ ਐਵੇਂ ਹੀ ਪਤਾ ਨਹੀਂ ਕਿਉਂ ਮਿਰਚਾਂ ਚੱਬੀ ਜਾਂਦਾ। ਉਹਨੂੰ ਸਰਕਾਰ ਚਲਾਉਣੀ ਚਾਹੀਦੀ, ਮੌਕਾ ਮਿਲਿਆ ਮੁੱਖ ਮੰਤਰੀ ਬਣਿਆ ਰਵੇ, ਨਹੀਂ ਤੇ ਨਾ ਤਿੰਨਾਂ 'ਚ ਰਹੂਗਾ ਨਾ ਤਿੰਨਾਂ 'ਚ ਰਹੂਗਾ। ਜੀ ਮਨੂ ਸਾਹਿਬ, ਆਖਰੀ ਸਵਾਲ ਜਿਹੜਾ ਉਹ ਚੋਣ ਕਮਿਸ਼ਨ ਦੇ ਉਸ ਬਿਆਨ ਬਾਰੇ ਮੈਂ ਪੁੱਛਣਾ ਚਾਹੁੰਦਾ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਜਿਹੜੇ ਅਫਸਰ 3 ਸਾਲਾਂ ਤੋਂ ਇੱਕੋ ਥਾਂ ਤੇ ਲੱਗੇ ਆ ਉਹਨਾਂ ਨੂੰ ਬਦਲ ਦੇਣਾ ਚਾਹੀਦਾ, ਇਹਦੀ ਲੋੜ ਕਿਉਂ ਪਈ ਜਾਂਦੀ ਹੈ? ਇਸ ਬਿਆਨ ਦੇ ਵਿੱਚ ਖਾਸ ਗੱਲ ਕੁਛ ਨਹੀਂ। ਖਾਸ ਗੱਲ ਦੂਜੀ ਹੈ ਕਿ ਉਹਨਾਂ ਨੇ ਕਹਿ ਦਿੱਤਾ ਕਿ ਫਲਾਣੀ ਤਰੀਕ ਤੱਕ, ਇਹ ਕਹਿ ਦਿੱਤਾ ਕਿ 28 ਫਰਵਰੀ ਤੱਕ। ਉਹਨਾਂ ਨੇ 2-3 ਵਾਰੀ ਤਰੀਕਾਂ ਬਦਲੀਆਂ, ਕਦੇ 8 ਵੀ ਆਖੀ ਹੈ, ਕਦੇ 10 ਵੀ ਆਖੀ ਹੈ ਜੀ। ਕਹਿੰਦਾ ਉਦੋਂ ਤੱਕ ਜਿਹੜੇ ਅਫਸਰਾਂ ਦੀਆਂ ਬਦਲੀਆਂ ਕਰਨੀਆਂ ਕਰ ਲਓ। ਫਿਰ ਇਹ ਬਿਆਨ ਦੇ ਦਿੱਤਾ ਜਿਹੜੇ ਅਫਸਰ 3-3 ਸਾਲਾਂ ਤੋਂ ਇੱਕੋ ਸੀਟ ਤੇ ਟਿਕੇ ਹੋਏ ਉਹਨਾਂ ਨੂੰ ਬਦਲ ਦਿੱਤਾ ਜਾਵੇ। ਇਹ ਤਾਂ ਹਰ ਵਾਰੀ ਚੋਣ ਕਮਿਸ਼ਨ ਕਹਿੰਦਾ, ਮਿਊਨਿਸਪਲ ਕਮੇਟੀ ਦੀਆਂ ਚੋਣਾਂ ਵੇਲੇ ਵੀ ਕਹਿੰਦਾ, ਸੂਬੇ ਦੀ ਅਸੈਂਬਲੀ ਦੀਆਂ ਚੋਣਾਂ ਵੇਲੇ ਵੀ ਕਹਿੰਦਾ, ਤੇ ਪਾਰਲੀਮੈਂਟ ਵੇਲੇ ਵੀ। ਜੀ, ਇਹ ਤਾਂ ਖਾਸ ਗੱਲ ਹੀ ਕੋਈ ਨਹੀਂ। ਖਾਸ ਗੱਲ ਇਹ ਹੈ ਕਿ ਇਹਦੇ ਨਾਲ ਉਹਨੇ ਇੱਕ ਇਸ਼ਾਰਾ ਦੇ ਦਿੱਤਾ ਸੂਬਿਆਂ ਦੀਆਂ ਸਰਕਾਰਾਂ ਨੂੰ ਕਿ ਫਲਾਣੀ ਤਰੀਕ ਤੱਕ ਚੋਣ ਜ਼ਾਬਤਾ ਲਾਗੂ ਹੋ ਜਾਣਾ ਜੇ। ਜੀ, ਜਦੋਂ ਇਹ ਕਹਿਣਾ ਕਿ ਉਦੋਂ ਤੱਕ ਬਦਲ ਲਓ, ਇੱਕ ਤਰੀਕ ਉਹਨੇ ਇਸ਼ਾਰਾ ਕਰਤਾ ਕਿ ਉੱਥੇ ਜਾ ਕੇ ਮੈਂ ਚੋਣਾਂ ਦਾ ਐਲਾਨ ਕਰ ਦੇਣਾ, ਮੁੜ ਕੇ ਨਾ ਆਖਿਓ। ਇਹ ਸਭ ਤੋਂ ਵੱਡੀ ਗੱਲ ਹੈ। ਜੀ, ਰਹਿ ਗਈ ਗੱਲ ਅਫਸਰਾਂ ਨੂੰ ਬਦਲਣ ਦੀ, ਉਹ ਕਿਉਂ ਬਦਲ ਦਿਓ? ਇਸ ਕਰਕੇ ਕਿ ਕਈ ਅਫਸਰ ਆ ਜਿਹੜੇ ਕੁਝ ਬੰਦਿਆਂ ਨੇ ਆਪਣੀ ਮਰਜ਼ੀ ਦੇ ਲਵਾਏ ਹੁੰਦੇ। ਮਰਜ਼ੀ ਦਾ ਅਫਸਰ ਲੱਗਾ, ਕੱਲ੍ਹ ਨੂੰ ਰਿਟਰਨਿੰਗ ਅਫਸਰ ਬਣ ਗਿਆ, ਸਾਡੀ ਮਦਦ ਕਰੇਗਾ। ਉਹਨਾਂ ਦੇ ਉੱਤੇ ਦੂਸਰੀਆਂ ਧਿਰਾਂ ਨੂੰ ਕੁਝ ਸ਼ਿਕਾਇਤਾਂ ਹੁੰਦੀਆਂ ਨੇ, ਪਰ ਮਰਜ਼ੀ ਦੇ ਲਵਾਉਣ ਲੱਗਿਆਂ ਵੀ ਕੁਝ ਕਾਨੂੰਨ ਦੀ ਪਾਲਣਾ ਤਾਂ ਕਰਨੀ ਪਊ। ਜੀ। ਇੱਕ ਅਫਸਰ ਪਿਛਲੇ 10 ਸਾਲਾਂ ਤੋਂ 20 ਸਾਲਾਂ ਤੋਂ ਇੱਥੇ ਡਟਿਆ ਬੈਠਾ, ਕੱਲ੍ਹ ਨੂੰ ਇਹ 'ਤੇ ਇਤਰਾਜ਼ ਹੋਣਾ ਕਿ ਇੰਨੇ ਚਿਰ ਦਾ ਇੱਥੇ ਬੈਠਾ ਤੇ ਸਾਰਿਆਂ ਨੂੰ ਹੱਥ ਰਲੇ ਆ। ਚੋਣ ਕਮਿਸ਼ਨ ਕਹਿੰਦਾ ਜੀ ਨਿਯਮਾਂ ਦੇ ਮੁਤਾਬਕ ਜਿਨ੍ਹਾਂ ਨੂੰ 3 ਸਾਲ ਹੋ ਗਏ ਆ ਉਹ ਅਫਸਰ ਇੱਥੋਂ ਬਦਲ ਦਿੱਤੇ ਜਾਣ। ਜੀ, ਜੇ ਉਹਨੇ ਕਹਿ ਦਿੱਤਾ ਬਦਲ ਦਿੱਤੇ ਜਾਣ, ਸਰਕਾਰਾਂ ਬਦਲ ਦਿੰਦੀਆਂ ਨੇ, ਪਰ ਬਦਲ ਕੇ ਵੀ ਨਾ ਬਦਲਣ ਵਾਲਾ ਕੰਮ ਕਰਦੀਆਂ ਨੇ। ਤਰੀਕਾ ਕੀ ਹੁੰਦਾ? PCS ਅਫਸਰ ਆ ਜਿਹਨਾਂ ਨੂੰ ਰਿਟਰਨਿੰਗ ਅਫਸਰ ਦੀ ਡਿਊਟੀ ਦੇਣੀ ਹੈ, ਉਹ ਇੱਕ ਵਾਰੀ SDM 1 ਹੁੰਦਾ, ਉਹਨੂੰ 3 ਸਾਲ ਹੋ ਗਏ ਆ, ਬਦਲੀ ਕਰ ਦਿਓ, ਜਲੰਧਰ ਦੇ ਵਿੱਚ ਹੀ SDM 2 ਲੱਗ ਜਾਊਗਾ, ਜੀ, ਨਾਲ ਦੇ ਕਮਰੇ 'ਚ ਹੀ ਬਹਿਣਾ। ਕੀ ਬਦਲਿਆ ਗਿਆ ਉਹਦਾ? ਜੇ ਉੱਥੇ ਵੀ ਨਹੀਂ ਤੇ ਜਲੰਧਰ ਵਿੱਚ ਹੀ ਲੋਕਲ ਬਾਡੀਜ਼ ਦਾ ਡਿਪਟੀ ਡਾਇਰੈਕਟਰ ਲਾ ਦਿਓ, ਜਾਂ ਜਲੰਧਰ ਵਿੱਚ ਹੀ ਪੁੱਡਾ ਜਿਹੜੀ ਅਰਬਨ ਡਿਵੈਲਪਮੈਂਟ ਅਥਾਰਟੀ ਉਹਦਾ ਹੈਡ ਲਾ ਦਿਓ, ਜਾਂ ਜਲੰਧਰ 'ਚ ਹੀ ਲੈਂਡ ਐਕੁਜੀਸ਼ਨ ਅਫਸਰ ਹੈ ਉਹ ਲਾ ਦਿਓ। ਇੱਥੇ 5-6 ਪੋਸਟਾਂ, ਉਹਨੂੰ ਉੱਥੇ ਕਰ ਦਿਓ, ਉੱਥੇ ਕਰ ਦਿਓ, ਉਹੋ ਹੀ 5 ਅਫਸਰ ਉੱਥੇ ਹੀ ਘੁਮਾ ਦਿਓ। ਸੀਟ ਦੇ ਉੱਤੇ 3 ਸਾਲ ਤੋਂ ਵੱਧ ਨਹੀਂ ਹੋਏ, ਕਿਉਂਕਿ 3 ਸਾਲ ਹੁੰਦੇ ਵੇਖ ਕੇ ਬਦਲਤਾ, ਪਰ ਰੱਖਿਆ ਤੇ ਉੱਥੇ ਹੀ। ਜੀ। ਇੱਕ ਇੱਥੇ SP ਆ, ਉਹਨੂੰ ਇੱਥੋਂ ਪਹਿਲਾਂ ਦਿਹਾਤੀ 'ਚ SP ਸੀ, ਹੁਣ ਜਲੰਧਰ ਦੇ ਵਿੱਚ ਉਹਨੂੰ ADCP ਲਾ ਦਿਓ, DCP ਲਾ ਦਿਓ, ਪੋਸਟ ਬਰਾਬਰ ਦੀ ਆ। ਪਹਿਲਾਂ ਉਹਦੇ ਕੋਲ ਉੱਧਰਲੇ 4 ਥਾਣੇ ਸੀ, ਇੱਧਰਲੇ ਰੱਖਿਆ ਤੇ ਇੱਥੇ ਹੀ। ਜੀ। ਇੱਥੇ ਕਈ ਅਫਸਰ ਆ ਜਿਨ੍ਹਾਂ ਨੂੰ 20-25 ਸਾਲ ਹੋ ਗਏ ਇੱਕੋ ਥਾਂ ਤੇ ਆ, ਉਹ ਸ਼ਹਿਰਾਂ 'ਚੋਂ ਨਿਕਲਦੇ। ਚੋਣ ਕਮਿਸ਼ਨ ਨੇ ਕਈ ਵਾਰੀ ਇਸ ਤਰ੍ਹਾਂ ਦੀਆਂ ਸਖਤੀਆਂ ਕੀਤੀਆਂ, ਉਹ ਕਹਿੰਦੇ ਸੀਟ ਤਾਂ ਬਦਲ ਦਿੱਤੀ ਹੈ, ਉੱਥੇ ਤੇ ਹੈ ਹੀ ਨਹੀਂ ਹੋੜੇ। ਇੱਕ ਹੋਰ ਤਰੀਕਾ ਹੁੰਦਾ, ਕਿਸੇ ਨੂੰ ਜਲੰਧਰ ਵਿੱਚੋਂ ਬਦਲਣਾ। ਜਲੰਧਰ ਦੇ ਵਿੱਚੋਂ DSP ਕਰਤਾਰਪੁਰ ਲੱਗਾ, ਉਹਨੂੰ ਬਦਲੋ ਜੀ, ਉਹਦਾ ਜ਼ਿਲ੍ਹਾ ਬਦਲ ਦਿਓ, ਇੱਥੇ 3 ਸਾਲ ਤੋਂ ਵੱਧ ਹੋ ਗਿਆ। ਉਹ ਕਹਿੰਦੇ ਜੀ ਬਦਲ ਤੇ ਨਹੀਂ, ਗੱਲ ਹੀ ਕੱਖ ਨਹੀਂ, ਸ਼ਾਮ ਤੋਂ ਪਹਿਲਾਂ ਬਦਲ ਦਿੰਦੇ। ਹੁਣ DSP ਭੁਲੱਥ ਲਾ ਦਿਓ। ਜੀ। 12 ਕਿਲੋਮੀਟਰ ਦਾ ਫਰਕ ਹੈ। ਜਦੋਂ ਕਰਤਾਰਪੁਰ ਸੀ ਤੇ ਭੁਲੱਥ ਜਾਣ ਲੱਗਿਆ ਉਹਨੂੰ 20 ਮਿੰਟ ਲੱਗਦੇ ਸੀ, ਜਦੋਂ ਭੁਲੱਥ ਤੇ ਕਰਤਾਰਪੁਰ ਆਉਣ ਲੱਗਿਆ 20 ਮਿੰਟ ਲੱਗਦੇ। ਨਾਲ ਦੇ ਪਾਸੇ ਇਦਾਂ ਹੀ ਫਟਾਫਟ ਬਦਲ ਜਾਂਦੇ ਨੇ। ਜੀ। ਆ ਸ਼ਾਹਕੋਟ ਲੱਗਾ ਹੋਵੇ, ਉਹਨੂੰ ਪਰਲੇ ਪਾਸੇ ਧਰਮਕੋਟ ਕਰ ਦਿਓ, ਧਰਮਕੋਟ ਵਾਲੇ ਨੂੰ ਸ਼ਾਹਕੋਟ ਕਰ ਦਿਓ, ਵਿਚਾਲੇ ਤੇ ਇੱਕ ਦਰਿਆ ਹੀ ਆ। ਜੀ। ਕੀ ਫਰਕ ਪੈ ਜਾਊਗਾ? ਇਦਾਂ ਦੀਆਂ ਗੱਲਾਂ ਵੀ ਹੁੰਦੀਆਂ ਪਈਆਂ ਨੇ। ਇਹ ਸਾਰਾ ਕੁਝ। ਇੱਕ ਗੱਲ ਹੋਰ ਜਿਹੜੀ ਚੋਣ ਕਮਿਸ਼ਨ ਕਰਦਾ ਹੁੰਦਾ ਅਜੇ ਤੱਕ ਉਹ ਆਰਡਰ ਨਹੀਂ ਆਇਆ, ਉਹ ਇਹ ਆ ਕਿ ਜਿਹੜੇ ਕੱਚੀਆਂ ਨਿਯੁਕਤੀਆਂ ਵਾਲੇ ਇੱਥੇ ਕਈ ਹਵਾਲਦਾਰ ਆ, ਜੇ ਲੋਕਲ ਰੈਂਕ ਬਣਾ ਕੇ ASI ਬਣਾਤਾ, ਲੋਕਲ ਰੈਂਕ ਨਾਲ ਹੀ ਉਹਨੂੰ ਮੁੜ ਕੇ ਸਬ ਇੰਸਪੈਕਟਰ ਲਾਤਾ, ਲੋਕਲ ਰੈਂਕ ਨਾਲ ਹੀ ਉਹਨੂੰ ਇੰਸਪੈਕਟਰ ਬਣਾਤਾ। ਤਨਖਾਹ ਹਵਾਲਦਾਰ ਦੀ ਮਿਲਦੀ ਹੈ, 3 ਤਰੱਕੀਆਂ ਦੇ ਕੇ ਥਾਣੇ ਦਾ ਮੁਖੀ ਲਾਇਆ ਪਿਆ। ਚੋਣ ਕਮਿਸ਼ਨ 'ਚ ਇਹ ਬੰਦੇ ਜੇ ਕਿਸੇ ਕਾਰਵਾਈ 'ਚ ਸ਼ਾਮਲ ਹੋ ਗਏ
ਤੇ ਕੱਲ੍ਹ ਨੂੰ ਚੋਣ ਰੱਦ ਹੋ ਸਕਦੀ ਹੈ। ਜੀ ਇਦਾਂ ਹੀ ਕਈ ਸਿਵਲ ਦੇ ਅਫਸਰ ਹੈ ਜਿਨ੍ਹਾਂ ਕੋਲ ਕੱਚੀਆਂ ਤਰੱਕੀਆਂ। ਪਿਛਲੀ ਸਰਕਾਰ ਨੇ ਆਖਿਆ ਸੀ ਕਿ ਰਿਟਾਇਰਮੈਂਟ ਤੋਂ ਬਾਅਦ ਜੇ ਕੋਈ ਐਕਸਟੈਂਸ਼ਨ ਲੈਣੀ ਚਾਹਵੇ ਤੇ ਉਹਨੂੰ ਇਸ ਨੌਕਰੀ ਤੇ ਰੱਖਿਆ ਜਾ ਸਕਦਾ। ਇਹ ਤਾਂ ਰੱਖ ਲੈਣਗੇ, ਪਰ ਉਹਦੀ ਹਾਲਤ ਤਾਂ ਪੁਲਿਸ ਦੇ ਐਸਪੀਓ ਵਰਗੀ ਹੈ। ਜੀ ਉਹ ਸਰਕਾਰੀ ਕਾਗਜ਼ਾਂ ਦੇ ਵਿੱਚ ਮੁਲਾਜ਼ਮ ਨਹੀਂ, ਦਿਹਾੜੀਦਾਰ ਮੁਲਾਜ਼ਮ ਹੈ। ਉਹ ਗੈਜ਼ਟਡ ਅਫਸਰ ਦੀ ਪੋਸਟ ਉੱਤੇ ਬਾਕੀ ਸਾਰੇ ਕੰਮ ਕਰਾ ਲੈਣ। ਜੇ ਚੋਣਾਂ ਦਾ ਕੰਮ ਕਰਾਇਆ, ਕੱਲ੍ਹ ਨੂੰ ਜਦੋਂ ਚੋਣ ਪਟੀਸ਼ਨਾਂ ਹੋਣਗੀਆਂ ਨੇ, ਹਾਈ ਕੋਰਟਾਂ 'ਚ ਭੁਗਤਣਾ ਪੈਣਾ। ਸਰਕਾਰੀ ਅਫਸਰ ਜਿਹੜਾ ਉਹਦੀ ਤੇ ਮਜਬੂਰੀ ਹੋਵੇਗੀ ਕਿ ਸਰਕਾਰ ਦੇ ਕਾਨੂੰਨਾਂ ਮੁਤਾਬਕ ਚੱਲੇਗਾ, ਬਿਆਨ ਦੇਵੇਗਾ, ਨਹੀਂ ਤੇ ਉਹਦੀ ਨੌਕਰੀ ਜਾ ਸਕਦੀ ਹੈ। ਜੀ ਜਿਹੜਾ ਰਿਟਾਇਰ ਹੋ ਚੁੱਕਾ, ਦਿਹਾੜੀਆਂ ਦੇ ਹਿਸਾਬ ਨਾਲ ਤੁਸੀਂ ਵੈਸੇ ਐਕਸਟੈਂਸ਼ਨ ਤੇ ਰੱਖਿਆ, ਉਹ ਆਖੂ ਕਰ ਲਓ ਮੇਰਾ ਜੋ ਕਰਨਾ, ਮੈਂ ਪਰਵਾਹ ਨਹੀਂ ਕਰਦਾ। ਜੀ ਉੱਥੇ ਜਾ ਕੇ ਕਾਨੂੰਨ ਨੂੰ ਟਿੱਚ ਜਾਣੇਗਾ ਉਹ। ਇਸ ਕਰਕੇ ਉਹਨਾਂ ਤੋਂ ਚੋਣ ਕਮਿਸ਼ਨ ਕੰਮ ਨਹੀਂ ਲੈ ਸਕਦਾ। ਚੋਣ ਕਮਿਸ਼ਨ ਨੇ ਅਜੇ ਉਹ ਵੀ ਸਖਤੀ ਕਰਨੀ ਆ, ਔਰ ਜਿਹੜੀਆਂ ਤਰੀਕਾਂ ਉਹਨਾਂ ਨੇ ਕਹਿਤੀਆਂ ਕਿ ਇਹਨਾਂ ਤਰੀਕਾਂ ਦੇ ਨੇੜੇ ਤੇੜੇ ਜਾ ਕੇ ਇਹ ਸਾਰੀਆਂ ਅਦਲਾ ਬਦਲੀਆਂ ਕਰ ਦਿਓ, ਇਹ ਪਹਿਲੀ ਵਾਰ ਨਹੀਂ ਕਿਹਾ, ਬੜੀ ਵਾਰ ਕਿਹਾ ਜਾ ਚੁੱਕਾ। ਬਲਕਿ ਕੁਝ ਮੌਕੇ ਇੱਥੇ ਇਦਾਂ ਦੇ ਵੀ ਆਉਂਦੇ ਰਹੇ ਜਦੋਂ ਚੋਣ ਕਮਿਸ਼ਨ ਨੇ ਕਿਸੇ ਸਰਕਾਰ ਨੂੰ ਕੋਈ ਸੰਕੇਤ ਹੀ ਨਹੀਂ ਮਿਲਣ ਦਿੱਤਾ, ਚੁੱਪ ਚਪੀਤੇ ਆਰਡਰ ਕਰ ਦਿੱਤੇ, ਚੋਣ ਜਾਬਤਾ ਲਾਗੂ ਕਰ ਦਿੱਤਾ ਤੇ ਸਰਕਾਰ ਦੇ ਗਲ 'ਚ ਅੰਗੂਠਾ ਦੇ ਕੇ ਆਖਿਆ ਹੁਣੇ ਖੜੇ ਪੈਰ 24 ਘੰਟਿਆਂ ਦੇ ਅੰਦਰ ਬਦਲੋ। ਜਦੋਂ 24 ਘੰਟਿਆਂ ਵਾਲੀ ਗੱਲ ਗਈ ਉੱਥੇ ਬਹੁਤ ਗਏ। ਪਰ ਜਿਨ੍ਹਾਂ ਨੇ ਕਰਨਾ ਹੁੰਦਾ ਉਹ ਇਦਾਂ ਵੀ ਕਰਦੇ ਆ ਕਿ ਹੁਸ਼ਿਆਰਪੁਰ ਦੇ ਵਿੱਚ ਇੱਕ ਪੀਸੀਐਸ ਅਫਸਰ ਤੇ ਕੇਸ ਬਣ ਗਿਆ ਸੀ ਕਰਪਸ਼ਨ ਦਾ। ਜੀ ਬੰਦਾ ਉਹ ਪਿਛਲੇ ਮੁੱਖ ਮੰਤਰੀ ਸਾਹਿਬ ਦਾ ਸੀ। ਇਹਨਾਂ ਨੇ ਇੱਥੇ ਕੇਸ ਬਣਿਆ ਸੀ, ਚੋਣ ਕਮਿਸ਼ਨ ਦੇ ਹੁਕਮ ਤੇ ਬਦਲਤਾ ਤੇ ਬਦਲ ਕੇ ਇੱਥੋਂ ਲੰਬੀ ਦਾ ਜਾ ਕੇ ਰਿਟਰਨਿੰਗ ਅਫਸਰ ਲਾਤਾ ਕਿ ਦਾਗੀ ਬੰਦਾ ਮੇਰਾ ਕੰਮ ਕਰੂਗਾ। ਇਦਾਂ ਵੀ ਸਰਕਾਰਾਂ ਕਰਦੀਆਂ ਹੁੰਦੀਆਂ ਨੇ, ਪਤਾ ਨਹੀਂ ਕੱਲ੍ਹ ਨੂੰ ਕੀ ਕਰਨਗੇ। ਜੀ ਪਰ ਸਾਹਿਬ ਤੁਸੀਂ ਸਮਾਂ ਕੱਢਿਆ, ਸਾਰੀਆਂ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ, ਤੁਹਾਡਾ ਬਹੁਤ ਧੰਨਵਾਦ ਜੀ। ਇਸ ਦੇ ਨਾਲ ਹੀ ਆਪਾਂ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ ਤੇ ਆਸ ਕਰਦੇ ਹਾਂ ਕਿ ਪ੍ਰਾਈਮ ਏਸ਼ੀਆ ਟੀਵੀ ਨੂੰ ਇਸ ਤਰ੍ਹਾਂ ਪਿਆਰ ਮੁਹੱਬਤ ਤੁਸੀਂ ਕਰਦੇ ਰਹੋਗੇ। ਫਿਲਹਾਲ ਦਿਓ ਇਜਾਜ਼ਤ। ਗੁਰਪ੍ਰੀਤ ਸੰਧਾਵਾਲੀਆ ਨੂੰ ਦੇਖਦੇ ਰਹਿਣਾ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।